खान पान में मीठी चीजों का करें परहेज, कहा डॉक्टर जीएस मदान ने। मदान डेंटल अस्पताल के एमडी ने कहा 6 महीने में अवश्य कराएं रूटीन डेंटल चेकअप। डॉक्टर मदान ने लोगों को 6 महीने में एक बार रूटीन चेकअप करवाने की सलाह दी है। ऐसा करने से दांतों की बीमारियों से बचा जा सकता है। उनका मानना है कि दांतों की देखभाल को लेकर लोग गंभीर नहीं है, जबकि दांतों का स्वस्थ होना जीवन के लिए अति आवश्यक है। डॉक्टर मदान दांत चिकित्सक होने के साथ साथ एक लंबे अरसे से समाज सेवा में भी अग्रणीय है। वे पिछले लंबे समय से दांतों की बीमारियों को लेकर समाज तथा रोटरी क्लबों में जागरूकता फैला रहे हैं। पब्लिक दिलासा चैनल तो गुरमीत सिंह लूथरा। ਅੱਜ ਅਸੀਂ ਪਹੁੰਚੇ ਹਾਂ ਡੈਂਟਲ ਸਰਜਨ ਪੁਤਲੀਗੜ੍ਹ ਚੌਂਕ ਦੇ ਨਾਲ ਜੀਟੀ ਰੋਡ ਡੈਂਟਲ ਸਰਜਨ ਡਾਕਟਰ ਜੀਐਸ ਮਦਾਨ ਜੀ ਦੇ ਕੋਲ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ, ਜਾਣਨਾ ਚਾਹਾਂਗੇ ਕਿ ਅੱਜ ਕੀ ਤਬਦੀਲੀਆਂ ਆਈਆਂ ਨੇ ਡੈਂਟਲ ਸਰਜਰੀ ਵਿੱਚ, ਬੱਚਿਆਂ ਦੇ ਇਲਾਜ ਵਿੱਚ ਤੇ ਹੋਰ ਵੀ ਕਈ ਰੀਜ਼ਨ ਕਿ ਡੈਂਟਲ ਪ੍ਰੋਬਲਮ ਕਿਉਂ ਵੱਧ ਰਹੀਆਂ ਨੇ ਤੇ ਕੀ ਰੀਜ਼ਨ ਹੈਗੇ ਨੇ। आओ गल करते हैं डॉक्टर जीएस मदान जी नाल। मैं डॉक्टर गुरिंदर सिंह मदान कॉस्मेटिक डेंटल क्लिनिक जीटी रोड पुतलीगढ़, इत्थे मेरी क्लिनिक है जिहड़ी कि काफ़ी सालों ਤੋਂ चल रही है। मैं पहला नौकरी सीगा आर्मी च सर्विस की 78 ਤੋਂ ਲੈ ਕੇ 83 तक। 84 ਦੇ ਵਿੱਚ आई जॉइन PCMS डेंटल ਤੇ ਉੱਥੇ मैं 2011 ਚ ਰਿਟਾਇਰ ਹੋਇਆ ਐਜ਼ ਐਸਐਮਓ डेंटल। ਅੱਜ ਕੱਲ੍ਹ ਦੇ ਜਿਸ ਹਿਸਾਬ ਨਾਲ ਸਾਡਾ ਖਾਣ ਪੀਣ ਚੱਲ ਰਿਹਾ ਹੈ, ਬੱਚੇ ਤਕਰੀਬਨ 50 ਤੋਂ 60% ਜਿਹੜੇ ਹੈ ਉਹ ਇਨਵੋਲਵ ਹੁੰਦੇ ਨੇ, ਉਹਨਾਂ ਨੂੰ ਕੇਰੀਜ਼ ਲੱਗ ਜਾਂਦੀ ਹੈ ਤੇ ਬੱਚਿਆਂ ਦੇ ਮਾਵਾਂ ਕਿਉਂਕਿ ਉਹ ਦੋਨੋਂ ਵਰਕਿੰਗ ਹੁੰਦੇ ਨੇ, ਇਸ ਕਰਕੇ ਬੱਚਿਆਂ ਦਾ ਧਿਆਨ ਜਿਹੜਾ ਹੈ ਬਹੁਤ ਘੱਟ ਜਾਂਦਾ ਉਹਨਾਂ ਦਾ। ਇਸ ਕਰਕੇ ਬੱਚੇ ਇਗਨੋਰ ਫੀਲ ਕਰਦੇ ਨੇ, ਜਿਹਦੇ ਕਰਕੇ ਉਹਨਾਂ ਨੂੰ ਕੇਰੀਜ਼ ਦੀ ਪ੍ਰੋਬਲਮ ਜ਼ਿਆਦਾ ਹੋ ਗਈ ਹੈ। ਅਸੀਂ ਬਹੁਤ ਹੀ ਕਨਵਿੰਸ ਕਰਨੇ ਹਾਂ ਕਿ ਸਵੇਰੇ ਰਾਤੀ ਉਹਨਾਂ ਨੂੰ ਬਰਸ਼ ਕਰਾ ਕੇ ਫਿਰ ਕੁਝ ਕਰਿਆ ਕਰੋ। ਇਹ ਨਹੀਂ ਅਸੀਂ ਕਹਿੰਦੇ ਕਿ ਤੁਸੀਂ ਬੰਦ ਹੀ ਕਰੋ ਟੌਫੀਆਂ ਜਾਂ ਚਾਕਲੇਟ ਦਿਓ ਬੱਚਿਆਂ ਨੂੰ, ਪਰ ਇੱਕ ਲੇਟੈਸਟ ਜਿਹੜੀ ਹੈ ਕਿ ਉਹਨੂੰ 15 ਮਿੰਟ ਦੇ ਵਿੱਚ ਜੋ ਮਰਜ਼ੀ ਮਠਿਆਈ ਦੇ ਦਿਓ, ਪਰ ਉਸ ਤੋਂ ਬਾਅਦ ਉਹਦਾ ਚੁਰਲਾ ਕਰਾ ਦਿਓ ਜਾਂ ਉਹਨੂੰ ਕਹੋ ਬਰਸ਼ ਕਰ ਦੇਵੇ। ਬੱਚਿਆਂ ਨੂੰ ਕਿਸੇ ਚੀਜ਼ ਤੋਂ ਵਾਂਝਾ ਨਹੀਂ ਰੱਖਣਾ ਚਾਹੀਦਾ। ਕਿ ਤੁਹਾਡਾ ਤਾਤਪਰ ਇਹ ਹੈ ਕਿ 50-60% ਜਿਹੜੇ ਹੈ ਬੱਚੇ ਆ ਰਹੇ ਨੇ, ਕਿਸ ਏਜ ਫੈਕਟਰ ਦੇ ਹੈਗੇ ਨੇ ਜੀ? ਇਹ ਏਜ ਫੈਕਟਰ ਜਿਹੜਾ 2 ਸਾਲ ਤੋਂ ਲੈ ਕੇ ਤੇ ਫਿਰ 10 ਸਾਲ ਤੱਕ ਤੇ ਚੱਲਦਾ ਰਹਿੰਦਾ, ਕਿਉਂਕਿ ਇਹ ਸਟੇਜ ਜਿਹੜੀ ਹੈ 6 ਸਾਲ ਤੋਂ ਬਾਅਦ ਅਗਲੀ ਡਕਲਿੰਗ ਸਟੇਜ ਹੋ ਜਾਂਦੀ ਹੈ, ਕਿਉਂਕਿ ਬੱਚਿਆਂ ਦੇ ਦੰਦ ਗਿਰਨੇ ਹੁੰਦੇ ਨੇ ਤੇ ਨਵੇਂ ਦੰਦ ਆਉਣੇ ਹੁੰਦੇ ਨੇ। ਉਹ ਜਿਹੜਾ 6 ਸਾਲ ਤੋਂ 13 ਸਾਲ ਦੇ ਵਿੱਚ ਇਹ ਆਉਂਦੇ ਨੇ। ਇਸ ਕਰਕੇ ਉਹ ਸਮਝਦੇ ਨੇ ਸਾਰੇ ਪੇਰੈਂਟਸ ਕਿ ਇਹਨਾਂ ਡਿੱਗ ਪੈਣੇ ਨੇ, ਨਹੀਂ, ਕਿਉਂਕਿ ਸਾਰੇ ਨਹੀਂ ਡਿੱਗਣੇ ਹੁੰਦੇ, ਕਿਉਂਕਿ 6 ਸਾਲ ਦੀ ਉਮਰ ਵਿੱਚ ਮੋਲਰਸ ਆ ਜਾਂਦੇ ਨੇ। ਮੋਲਰਸ ਜਿਹੜੇ ਨੇ 3 to 32 ਟੀਥ ਹੁੰਦੀ ਹੈ, ਇਸ ਕਰਕੇ ਸਾਡਾ ਧਿਆਨ ਬਹੁਤ ਜ਼ਰੂਰੀ ਹੋ ਜਾਂਦਾ ਹੈ। ਜਿਵੇਂ ਹੀ ਬੱਚੇ ਦੇ ਦੰਦ ਆਉਂਦੇ ਨੇ ਉਦੋਂ ਤੋਂ ਹੀ ਸਾਨੂੰ ਇਹ ਲਾਜ਼ਮੀ ਹੋ ਜਾਣਾ ਚਾਹੀਦਾ ਕਿ ਅਸੀਂ ਦੰਦਾਂ ਸਾਫ਼ ਹੀ ਰੱਖਣੇ, ਜਿਹਦੇ ਦੇ ਨਾਲ ਕੀੜਾ ਨਾ ਲੱਗੇ, ਕੇਰੀਜ਼ ਨਾ ਹੋਣ। ਮੇਰੀ ਇਹ ਸਲਾਹ ਹੈ ਕਿ ਹੁਣ ਭਾਵੇਂ ਮਾਵਾਂ ਦੁੱਧ ਬਹੁਤ ਘੱਟ ਪਿਲਾਉਂਦੀਆਂ ਨੇ, ਫਿਰ ਵੀ ਬੱਚਿਆਂ ਨੂੰ ਦੁੱਧ ਜਿਹੜਾ ਨਾ ਜ਼ਰੂਰੀ ਹੋਣਾ ਚਾਹੀਦਾ, ਕਿਉਂਕਿ ਅਗਰ ਨਾ ਦੁੱਧ ਪਿਲਾਉਣਗੇ ਤੇ ਉਹਨਾਂ ਦੇ ਕੇਰੀਜ਼ ਜਾਂ ਉਹਦੇ 'ਚ ਜਿਹਨੂੰ ਕਹਿੰਦੇ ਤੁਸੀਂ ਉਹ 'ਚ ਕੌਨਫੀਡੈਂਸ ਨਹੀਂ ਆਏਗਾ ਬੱਚੇ ਦੇ ਵਿੱਚ, ਬੱਚਾ ਇਗਨੋਰ ਫੀਲ ਕਰਦਾ ਹੈ। ਇਸ ਕਰਕੇ 8 ਮਹੀਨੇ ਤੱਕ ਕਰਾ ਕੇ ਉਸ ਤੋਂ ਬਾਅਦ ਬੋਟਲ ਫੀਡ ਬਹੁਤ ਯੂਜ਼ ਕਰੋ। ਬੋਟਲ ਫੀਡ ਦੇ ਵਿੱਚ ਇਹ ਹੁੰਦਾ ਹੈ ਕਿ ਬੱਚਿਆਂ ਦੇ ਜਿਹੜਾ ਬੋਟਲ ਮੂੰਹ 'ਚ ਹੀ ਰਹਿ ਜਾਂਦੇ, ਮਾਵਾਂ ਕਿਤੇ ਲੈਪ ਉੱਤੇ ਲੱਗੀ ਹੁੰਦੀਆਂ ਟਿਕਟਿਕ ਉੱਤੇ, ਉਹਦੇ ਕਰਕੇ ਬੱਚੇ ਉਸ ਤਰ੍ਹਾਂ ਹੀ ਸੌਂ ਜਾਂਦੇ ਨੇ, ਜਿਹਦੇ ਕਰਕੇ ਕੰਨਾਂ ਦੀਆਂ ਪ੍ਰੋਬਲਮ ਆ ਜਾਂਦੀਆਂ ਨੇ ਤੇ ਕੰਨ ਵਗਣੇ ਸ਼ੁਰੂ ਹੋ ਜਾਂਦੇ ਨੇ ਤੇ ਬੱਚਿਆਂ ਨੂੰ ਵਾਸਤੇ ਉਹ ਬੜੀ ਟਰਬਲਸਮ ਹੁੰਦੀ ਹੈ। ਡੈਂਟਲ ਦੀ ਪ੍ਰੋਬਲਮ ਤਾਂ ਬਹੁਤ ਹੀ ਵੱਧ ਗਈ ਹੈ, ਕਿਉਂਕਿ ਅੱਗੇ ਵੀ ਦੱਸਿਆ ਕਿ ਜਿਸ ਤਰ੍ਹਾਂ ਦੋਨੋਂ ਪੇਰੈਂਟਸ ਵਰਕਿੰਗ ਹੁੰਦੇ ਨੇ, ਇਸ ਕਰਕੇ ਬੱਚਿਆਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਬ੍ਰੈਸਟ ਫੀਡ ਕਿਸ ਤਰ੍ਹਾਂ ਲਾਭਕਾਰੀ ਹੈਗਾ ਜੀ ਡੈਂਟਲ ਦੇ ਵਿੱਚ? ਬੱਚਾ ਜਿਹੜਾ ਜਦੋਂ ਮਾਂ ਦੀ ਗੋਦ ਵਿੱਚ ਹੁੰਦਾ ਹੈ ਉਹਨੂੰ ਪ੍ਰੋਟੈਕਸ਼ਨ ਮਿਲਦੀ ਹੈ ਕਿ ਉਹ ਮਾਂ ਦੀ ਗੋਦ ਵਿੱਚ ਆਪਣੇ ਆਪ ਸੇਫ ਸਮਝਦਾ। ਉਹਦੇ ਵਾਸਤੇ ਮਾਵਾਂ ਦਾ ਇਹ ਜ਼ਰੂਰੀ ਹੈ ਕਿ 6 ਮਹੀਨੇ ਤੱਕ ਤੇ ਜ਼ਰੂਰੀ ਬੱਚਿਆਂ ਨੂੰ ਦੁੱਧ ਪਿਲਾਉਣ। ਉਸ ਤੋਂ ਬਾਅਦ ਜ਼ਰੂਰ ਉਹਨਾਂ ਨੇ ਨੌਕਰੀ ਜੁਆਇਨ ਕਰ ਲੈਂਦੀ ਹੁੰਦੀ ਹੈ ਤੇ 6 ਮਹੀਨੇ ਤੱਕ ਤਾਂ ਉਹਨਾਂ ਦਾ ਜਿਹੜਾ ਹੈ ਬ੍ਰੈਸਟ ਫੀਡ ਔਰ ਛੁੱਟੀ ਵੀ ਹੁੰਦੀ ਹੈ। ਇੱਥੇ ਵੀ ਕਿ ਸਾਰੇ ਕਿਤੇ ਬਾਹਰ ਵੀ ਮਟਰਨਿਟੀ ਲੀਵ ਤੇ ਪੈਟਰਨਿਟੀ ਲੀਵ ਵੀ ਮਿਲਦੀ ਹੈ। 10 ਦਿਨ ਦੀ ਪੈਟਰਨਿਟੀ ਲੀਵ ਹੁੰਦੀ ਹੈ ਤੇ ਬਾਕੀ ਹਰ ਕਿਸੇ ਥਾਂ ਤੇ 6 ਮਹੀਨੇ ਦੀ, ਕਈਆਂ ਥਾਵਾਂ ਤੇ ਐਕਸਟੈਂਡ ਕਰਕੇ 9 ਮਹੀਨੇ ਦੀ ਹੋ ਜਾਂਦੀ ਹੈ। ਇਸ ਕਰਕੇ ਉਹ ਬਹੁਤ ਲਾਜ਼ਮੀ ਹੈ ਬੱਚਿਆਂ ਨੂੰ ਬ੍ਰੈਸਟ ਫੀਡ ਦੇਣਾ। ਦੂਸਰੇ ਦੌਰ ਵਿੱਚ ਜ਼ਿਆਦਾ ਲੋਕੀ ਜਾਗਰੂਕ ਸਨ ਡੈਂਟਲ ਬਾਰੇ ਆਪਣੇ, ਜਾਂ ਹੁਣ ਜ਼ਿਆਦਾ ਜਾਗਰੂਕ ਨੇ? ਤੁਹਾਨੂੰ ਕੀ ਲੱਗਦਾ ਜਾਂ ਕਿ ਹੁਣ ਲਾਪਰਵਾਹ ਹੋ ਗਏ? ਜੋ ਇਹ ਜਿਹੜੇ ਗੱਲਾਂ ਨਾ ਸਾਡੀਆਂ ਪਹਿਲੀਆਂ ਜਿਹੜੀਆਂ ਮਠਿਆਈਆਂ ਸੀ, ਜੋ ਕੁਝ ਖਾਂਦੇ ਸੀ, ਦਾਤਨ ਯੂਜ਼ ਕਰਦੇ ਸੀ, ਉਹਦੇ ਕਰਕੇ ਬੱਚੇ ਤੇ ਜ਼ਰੂਰ ਹੁੰਦੇ ਸੀ, ਪਰ ਅੱਜ ਕੱਲ੍ਹ ਜਿਹੜੀ ਉਹ ਸਟਰੈਂਥ ਹੈ ਜਾਂ ਉਹਨਾਂ ਕੋਲ ਕੌਨਫੀਡੈਂਸ ਹੈ ਜਾਂ ਉਹਨਾਂ 'ਚ ਮਜ਼ਬੂਤੀ ਨਹੀਂ ਆਉਂਦੀ ਉਹਨਾਂ ਦੇ ਦੰਦਾਂ ਵਿੱਚ, ਕਿਉਂਕਿ ਅੱਜ ਕੱਲ੍ਹ ਦੇ ਲੇਟੈਸਟ ਫਿਜ਼ੀ ਪੀ ਲਓ, ਪੌਪਕੌਰਨ ਸੌਫਟੀ ਖਾ ਲਓ,
ਸੌਫਟੀ ਲੈ ਲਓ ਜਾਂ ਆਈਸਕ੍ਰੀਮ ਲੈ ਲਓ, ਜਿਹਦੇ ਕਰਕੇ ਬੱਚੇ ਉਹਦੇ ਵੱਲ ਟ੍ਰੈਂਡ ਵਿਜ਼ਿਟ ਕਰਦੇ ਨੇ, ਜਿਸ ਕਰਕੇ ਦੰਦਾਂ 'ਚ ਬਹੁਤ ਕੀੜਾ ਲੱਗਦਾ। ਇਹ ਕੀੜਾ ਲੱਗਣਾ ਹੀ ਸਮੱਸਿਆ ਹੈਗੀ ਹੈ ਜਾਂ ਕੋਈ ਹੋਰ ਵੀ ਸਮੱਸਿਆ ਲੈ ਕੇ ਮਰੀਜ਼ ਜਾਂਦੇ ਨੇ ਜੀ? ਕਈ ਵਾਰੀ ਬੱਚੇ ਜਦੋਂ ਅਣਗਹਿਲੀ ਫੀਲ ਕਰਦੇ ਨੇ, ਉਹ ਆਪਣਾ ਜਿਹੜਾ ਅੰਗੂਠਾ ਹੈ ਮੂੰਹ 'ਚ ਪਾ ਕੇ ਸੌਂ ਜਾਂਦੇ ਨੇ। ਉਹੀ ਜਿਹੜੀ ਬ੍ਰੈਸਟ ਫੀਡ ਨਾ ਦੇਣ ਕਰਕੇ ਉਹਨਾਂ ਨੂੰ ਬੱਚੇ ਦਾ ਅੰਗੂਠਾ ਚੂਸਣ ਦਾ ਮਜ਼ਾ ਆਉਂਦਾ, ਜਿਸ ਕਰਕੇ ਅੱਪਰ ਜਿਹੜਾ ਦੰਦ ਹੈ ਉਹ ਬਾਹਰ ਆ ਜਾਂਦੇ ਨੇ। ਫਿਰ ਬੱਚਿਆਂ ਵਾਸਤੇ ਆਰਥੋਡੋਂਟਿਕ ਕਲੀਨਿੰਗ ਵੀ ਕਰਾਉਣੀ ਪੈਂਦੀ ਹੈ, ਜਿਹਦੇ ਕਰਕੇ ਬਹੁਤ ਮਹਿੰਗੀ ਹੈ ਅੱਜ ਕੱਲ੍ਹ। ਇਸ ਕਰਕੇ ਉਹ ਬੱਚੇ ਜਿਹੜਾ ਆਪਣਾ ਉਹਨਾਂ ਨੇ ਤਾਂ ਪਿਆਰ ਲੈਣਾ ਹੀ ਹੈ ਕਿਸੇ ਤਰ੍ਹਾਂ ਦਾ, ਪਰ ਜਿਹੜਾ ਉਹਨੂੰ ਅੰਗੂਠਾ ਚੂਸ ਕੇ ਜੋ ਮਿਲਦਾ ਹੈ, ਜਾਂ ਫਿਰ ਬੱਚੇ ਦੇਖੋਗੇ ਜਦੋਂ ਪੈਨਸਿਲ ਬਾਈਟ ਕਰਦੇ ਨੇ ਜਾਂ ਕੁਝ ਕਰਦੇ ਨੇ, ਕਿਤਾਬਾਂ ਦਾ ਪੀਸ ਖਾਣਾ ਸ਼ੁਰੂ ਕਰਦੇ ਨੇ, ਉਹ ਬੱਚੇ ਇਗਨੋਰ ਫੀਲ ਕਰਦੇ ਨੇ। ਇਸ ਕਰਕੇ ਉਹ ਪ੍ਰੋਬਲਮ ਆਉਂਦੀ। ਅੱਜ ਦੰਦ ਦੀ ਸਮੱਸਿਆ ਕਿਹੜੀ ਹੈਗੀ ਹੈ ਜੀ, ਔਰ ਕੀ ਕਾਰਨ ਹੈਗੇ ਨੇ ਵਿੱਚ? ਜੇ 32 ਦੰਦ ਨੇ ਤੇ 320 ਪ੍ਰੋਬਲਮਸ ਨੇ ਦੰਦਾਂ ਦੀਆਂ। ਇਸ ਕਰਕੇ ਕੋਈ ਵੀ ਚੀਜ਼ ਜਿਹੜੀ ਲਾਈਟਲੀ ਨਹੀਂ ਹੈ। ਇਹ ਜ਼ਮਾਨਾ ਆ ਗਿਆ ਸਪੈਸ਼ਲਿਸਟ ਦਾ। ਸਪੈਸ਼ਲਿਸਟ ਕੋਲ ਜਾਣਾ, ਭਾਵੇਂ ਛੋਟੀ ਹੋਵੇ, ਕਿਸੇ ਕੈਮਿਸਟ ਕੋਲ ਜਾ ਕੇ ਅਜੇ ਵੀ 50% ਜਿਹੜੇ ਪੇਸ਼ੈਂਟ ਨੇ ਪਹਿਲਾਂ ਉੱਥੋਂ ਲੈਂਦੇ ਨੇ ਦਵਾਈਆਂ ਕੈਮਿਸਟ ਕੋਲੋਂ, ਫਿਰ ਆਉਂਦੇ ਨੇ ਜਿਹੜੇ LTSC ਹੁੰਦੇ ਨੇ ਜਾਂ ਜਿਹੜੇ ਸੜਕਾਂ 'ਤੇ ਬੈਠੇ ਨੇ ਜਿਨ੍ਹਾਂ ਕੋਲ ਡਿਗਰੀਆਂ ਨਹੀਂ ਹੁੰਦੀਆਂ, ਉਹਨੇ ਪ੍ਰੈਕਟਿਸ ਖੋਲ੍ਹ ਕੇ ਬੈਠੇ ਨੇ। ਜਦੋਂ ਉਹਨਾਂ ਦੇ ਵਾਸ ਨਹੀਂ ਹੁੰਦਾ ਫਿਰ ਉਹ ਡੈਂਟਲ ਸਰਜਨ ਬੁਲਾਉਂਦੇ ਨੇ, ਜਦੋਂ ਬਹੁਤ ਕੇਸ ਵਿਗੜ ਚੁੱਕਾ ਹੁੰਦਾ। ਇਹ ਜਿਹੜੇ ਝੋਲਾ ਛਾਪ ਹੁੰਦੇ ਨੇ, ਡੈਂਟਲ ਹੁੰਦੇ ਨੇ, ਸੜਕਾਂ 'ਤੇ ਕਰਦੇ ਨੇ, ਤੇ ਤੁਹਾਡੀ ਟ੍ਰੀਟਮੈਂਟ 'ਚ ਕੀ ਫਰਕ ਹੈ? ਉਹ ਕੀ ਲਾਪਰਵਾਹੀ ਵਰਤਦੇ, ਉਸ ਨਾਲ ਕੀ ਰਿਸਕ ਹੈਗਾ, ਕੀ ਖਤਰਾ ਹੈਗਾ ਜੀ ਦੰਦਾਂ ਨੂੰ? ਸਭ ਤੋਂ ਵੱਡੀ ਗੱਲ ਹੈ ਜੀ ਇਹ ਲਾਪਰਵਾਹੀ ਹੈ ਕਿ ਸਟਰਲਾਈਜੇਸ਼ਨ ਤੇ ਹੁੰਦੀ ਨਹੀਂ ਉਹਨਾਂ ਦੀ। ਤੇ ਜੇ ਉਹ ਜਾਂਦੇ ਨੇ ਤੇ ਉਹ ਪੜ੍ਹੇ ਲਿਖੇ ਥੋੜ੍ਹਾ ਹੁੰਦੇ ਨੇ। ਜਿਸ ਤਰ੍ਹਾਂ ਦਾਦੇ ਪੜਦਾਦੇ ਨੇ ਸੁਨਿਆਰਾ ਹੈ, ਉਹਦਾ ਪੁੱਤਰ ਹੀ ਸੁਨਿਆਰਾ ਬਣ ਜਾਏਗਾ, ਇਸ ਤਰ੍ਹਾਂ ਥੋੜ੍ਹਾ ਹੁੰਦਾ ਕਿ ਡਾਕਟਰ ਹੈ ਫਾਦਰ ਤੇ ਉਹਦਾ ਬੱਚਾ ਡੈਂਟਿਸਟ ਬਣ ਜਾਏਗਾ। ਉਹਦੇ ਵਾਸਤੇ ਪੜ੍ਹਾਈ ਦੀ ਬਹੁਤ ਜ਼ਰੂਰਤ ਹੈ। ਆਮ ਕੀ ਮਹੱਤਵ ਹੈਗਾ ਜੀ ਦੰਦ ਦਾ ਇੱਕ ਸਰੀਰ ਲਈ, ਇੱਕ ਬੰਦੇ ਲਈ, ਆਦਮੀ ਲਈ? ਇਸ ਨੂੰ ਨੋਰਮਲ ਚੀਜ਼ ਸਮਝਦੇ, ਮੈਂ ਵੀ ਹੋਵਾਂ, ਕੋਈ ਪਰਸਨ ਹੋਵੇ, ਮਰੀਜ਼ ਹੋਵੇ, ਛੋੜ ਜਾਂ ਦੰਦ ਦਾ ਕੀ ਟ੍ਰੀਟਮੈਂਟ ਕਰਾਉਣੀ ਹੈ? ਕੀ ਇਹ ਲਾਪਰਵਾਹੀ ਕਹਿਲਾਏਗੀ ਅਗਰ ਸਮੇਂ ਸਿਰ ਇਸ ਨਾਲ ਕੋਈ ਰਿਸਕ ਵੱਧਦਾ ਜੀ? ਜਿਹੜੀ ਦੰਦ ਹੈ ਨਾ, ਉਹ ਤੁਹਾਡੇ ਇੱਕ ਪਹਿਲਾ ਦਿਲ ਹੈ। ਇਹਨੂੰ ਇਹ ਸਮਝ ਕੇ ਚੱਲਣਾ ਚਾਹੀਦਾ, ਜੇ ਦੰਦ ਚਿੱਥ ਕੇ ਰੋਟੀ ਲਵੋਗੇ ਤੇ ਉਹ ਚਿੱਥ ਕੇ ਜਾਏਗੀ ਲਿਵਰ ਵਿੱਚ, ਲਿਵਰ ਦੇ ਵਿੱਚ ਮੈਟਾਬਲਾਈਜ਼ ਹੋ ਕੇ ਤੇ ਲੰਗ ਨੂੰ, ਹਾਰਟ ਨੂੰ ਵਧੀਆ ਸਪਲਾਈ ਮਿਲੇਗੀ। ਤਦ ਹੀ ਜੇ ਦੰਦ ਹੀ ਖਰਾਬ ਹੋਵੇ ਤੇ ਜਿਗਰ ਨੂੰ ਕੰਮ ਜ਼ਿਆਦਾ ਕਰਨਾ ਪਏਗਾ, ਜਿਹਦੇ ਨਾਲ ਹੋਰ ਬੜੀ ਪ੍ਰੋਬਲਮ ਆਉਂਦੀਆਂ ਨੇ, ਜਿਸ ਤਰ੍ਹਾਂ ਬਲੱਡ ਪ੍ਰੈਸ਼ਰ ਹੋਈ ਜਾਂ ਡਾਇਬਟੀਜ਼ ਹੋਈ, ਕੁਛ ਹੋਇਆ। ਇਹਦੇ ਕਰਕੇ ਸਾਨੂੰ ਦੰਦਾਂ ਦਾ ਧਿਆਨ ਜ਼ਿਆਦਾ ਰੱਖਣਾ ਚਾਹੀਦਾ, ਕਿਉਂਕਿ ਜੇ ਇੱਥੋਂ ਚਿੱਥ ਕੇ ਕਾਂ ਸਮਾਨ ਜਾਏਗਾ ਤੇ ਸਾਨੂੰ ਜਿਗਰ ਦੇ ਘੱਟ ਨੂੰ, ਜਿਗਰ ਵੀ ਜਦੋਂ ਥੱਕ ਜਾਂਦਾ ਤਾਂ ਫਿਰ ਦਿਲ ਨੂੰ ਕਹਿੰਦਾ, ਦਿਲ ਦੀਆਂ ਪ੍ਰੋਬਲਮ ਇਸ ਕਰਕੇ ਬਹੁਤ ਜ਼ਿਆਦਾ ਹੋ ਜਾਂਦੀਆਂ, ਕਿਉਂਕਿ ਸਾਡਾ ਓਰਲ ਕੈਵਿਟੀ ਇਜ਼ ਸੱਚ ਸਭ ਤੋਂ ਵੱਧ ਚੀਜ਼ਾਂ ਜਿਹੜੀਆਂ ਨਾ ਮੂੰਹ 'ਚ ਜਾਂਦੀਆਂ ਨੇ। ਹੋਰ ਜਾਂ ਕੰਨ ਦੇ ਰਾਹੀਂ ਜਾਂ ਨੱਕ ਰਾਹੀਂ ਹੋਰ ਕੀ ਹੈਗਾ ਉਹਦੇ ਵਿੱਚ ਨਹੀਂ ਕੁਝ ਜਾ ਸਕਦਾ, ਜਿੰਨਾ ਮੂੰਹ ਰਾਹੀਂ ਜਾਂਦਾ। ਮੂੰਹ ਕਲੀਨ ਹੋ ਰਹੇਗਾ ਤਾਂ ਸਾਰਾ ਕੁਝ ਠੀਕ ਹੋਏਗਾ। ਦੰਦਾਂ ਦੀ ਬਿਮਾਰੀਆਂ ਦਾ ਸਾਹਮਣਾ ਕਰਨਾ ਹੀ ਨਾ ਪਵੇ, ਇਸ ਲਈ ਮਰੀਜ਼ ਨੂੰ ਕੀ ਉਪਾਅ, ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ? 24 ਘੰਟਿਆਂ ਦੇ ਵਿੱਚ ਦੇਖੋ ਜੀ, ਮੂੰਹ ਚੱਲਦਾ ਰਹਿੰਦਾ। ਜਦੋਂ ਤੁਸੀਂ ਰਾਤੀ ਸੌਂਦੇ ਹੋ ਤਾਂ ਫਿਰ ਮੂੰਹ ਬੰਦ ਹੁੰਦਾ। ਸਲਾਈਵਾ ਇੱਕ ਐਕਟ ਐਜ਼ ਏ ਕਲੀਨਜ਼ਿੰਗ ਕੰਮ ਕਰਦਾ, ਪਰ ਅਸੀਂ ਇਹ ਕਹਿੰਦੇ ਹਾਂ ਕਿ ਜਿਹੜਾ ਬਰਸ਼ ਹੈ ਉਹ ਸਵੇਰੇ, ਦੁਪਹਿਰੇ, ਰਾਤੀ, ਚਾਹੇ ਬ੍ਰੇਕਫਾਸਟ ਬਾਅਦ ਬੈਟਰ ਹੈ ਕਰਨਾ ਨਹੀਂ, ਕਿਉਂਕਿ ਸਾਡੀ ਪਹਿਲੀ ਹੁੰਦੀ ਆ ਕਿ ਜਦੋਂ ਅਸੀਂ ਉੱਠਦੇ ਹਾਂ ਸਿੱਧਾ ਬਾਥਰੂਮ ਨਹੀਂ ਚਾਹੀਦਾ, ਉਹ ਕਰਕੇ ਆਪਣਾ ਤੇ ਬਰਸ਼ ਕਰਨੇ ਤੇ ਫਿਰ ਸੌਣਾ। ਇਸ ਕਰਕੇ ਸਾਨੂੰ ਬਹੁਤ ਲਾਜ਼ਮੀ ਹੈ ਕਿ ਰਾਤ ਦਾ ਬਰਸ਼ ਕਰਨਾ ਤੇ ਸਵੇਰ ਦਾ ਬਰਸ਼ ਕਰਨਾ ਬਹੁਤ ਲਾਜ਼ਮੀ ਹੋਏਗਾ, ਜਿੰਨਾ ਕਿ 90% ਬਿਮਾਰੀਆਂ ਨਹੀਂ ਲੱਗਦੀਆਂ। ਅੱਜ ਟ੍ਰੀਟਮੈਂਟ ਵਿੱਚ ਕੀ ਫਰਕ ਹੈ ਜੀ? ਕੋਸਮੈਟਿਕ ਡੈਂਟਲ ਸਰਜਰੀ ਔਰ ਟ੍ਰੀਟਮੈਂਟ ਕੀ ਹੈਗੀ ਹੈ ਜੀ? ਕਿਉਂਕਿ ਡੈਂਟਿਸਟਰੀ ਜਿਹੜੀ ਹੁਣ ਹੈ ਅਜੇ ਤੇ ਸਾਡੇ ਪੰਜਾਬ ਦੇ ਵਿੱਚ ਕਾਫੀ ਸਸਤੀ ਹੈ। ਜੇ ਕਾਸਮੋਪੋਲੀਟਨ ਸਿਟੀ ਚਲ ਜਾਓ, ਦਿੱਲੀ ਚਲ ਜਾਓ, ਮਡਰਾਸ ਚਲ ਜਾਓ, ਕਲਕੱਤਾ ਚਲ ਜਾਓ, ਬੰਬੇ ਚਲ ਜਾਓ, ਉੱਥੇ ਬਹੁਤ ਮਹਿੰਗੀ ਹੈ। ਜਿਸ ਤਰ੍ਹਾਂ ਬੰਗਲੌਰ, ਉੱਥੇ ਵੀ ਬਹੁਤ ਮਹਿੰਗੀ ਹੈ। ਕਾਸਮੈਟਿਕ ਜਿਹੜੀ ਹੈ ਉਹ ਨੈਚੁਰਲੀ ਸਿਲੈਕਟਿਵ ਟ੍ਰੀਟਮੈਂਟ, ਪਰ ਇਹ 'ਚ ਅਣਗਹਿਲੀ ਹੁੰਦੀ ਹੈ। ਜਿਸ ਤਰ੍ਹਾਂ ਹੁਣ ਅੱਜ ਕੱਲ੍ਹ ਦਾ ਕਰੋਨਾ ਦਾ ਮਾਰ ਹੈਗਾ, ਜਿਹਦੇ ਕਰਕੇ ਅੱਜ ਪੇਸ਼ੈਂਟ ਦੀ ਪਹਿਲਾਂ ਗੱਲ ਤੇ ਅਸੀਂ ਕਰਦੇ ਨਹੀਂ, ਜੇ ਕਰਨੇ ਤਾਂ ਸਾਨੂੰ ਆਪਣੇ ਆਪ ਨੂੰ ਬਹੁਤ ਡਰ ਹੈ ਕਿ ਐਰੋਸੋਲ ਪ੍ਰੋਡਿਊਸ ਹੁੰਦੀ ਹੈ। ਇਸ ਕਰਕੇ ਮਹੱਤਤਾ ਜਿਹੜੀ ਹੈ ਉਹ ਬਹੁਤ ਲਾਜ਼ਮੀ ਹੈ। ਹੁਣ ਐਵਰੀਥਿੰਗ, ਹਰ ਇੱਕ ਚੀਜ਼ ਮਹਿੰਗੀ। ਜਿਸ ਤਰ੍ਹਾਂ ਪਿਛਲੇ 10 ਸਾਲਾਂ 'ਚ ਪੈਟਰੋਲ ਹਾਈਕ ਹੋ ਰਿਹਾ, ਇਹਨੇ ਸਾਰੇ ਕਿਤੇ ਇਫੈਕਟ ਕਰਨਾ ਹੈ ਕਿ ਦੰਦਾਂ ਦੇ ਮਟੀਰੀਅਲ ਜਿਹੜੇ ਹੈ ਉਹ ਬਾਰੇ ਸਾਰੇ ਬਾਹਰੋਂ ਆਉਂਦੇ ਨੇ। ਇਸ ਕਰਕੇ ਬਹੁਤ ਔਖਾ ਜਾਂਦਾ ਹੈ ਡੈਂਟਲ ਦੀ ਟ੍ਰੀਟਮੈਂਟ ਕਰਨਾ। ਜੇ ਮਰੀਜ਼ ਸਮੇਂ ਸਿਰ ਦੰਦਾਂ ਦੀ ਆਪਣਾ ਚੈੱਕਅਪ ਔਰ ਟ੍ਰੀਟਮੈਂਟ ਨਹੀਂ ਕਰਾਉਂਦਾ ਤੇ ਕੀ ਹਾਨੀ ਹੈ ਜੀ, ਕੀ ਨੁਕਸਾਨ? ਵੈਸੇ ਤਾਂ ਅਸੀਂ ਹਰ ਪੇਸ਼ੈਂਟ ਨੂੰ ਕਹਿੰਦਾ ਕਿ 6 ਮਹੀਨੇ ਬਾਅਦ ਇੱਕ ਵਾਰੀ ਜ਼ਰੂਰ ਚੈੱਕ ਕਰਾ ਲਿਆ ਕਰੋ। ਚੈੱਕ ਕਰਨ ਦੇ ਚਲੋ ਕੰਪਲੀਮੈਂਟਰੀ ਕਰ ਦਈਏ, ਚਾਹੇ ਫੀਸ ਲੈ ਕੇ ਕਰ ਦਈਏ, ਉਹਨਾਂ ਨੇ ਕਿ ਰੈਗੂਲਰ ਚੈੱਕਅਪ ਹੁੰਦੀ ਰਹੇ ਕਿ ਬਿਮਾਰੀ ਲੱਗਣ ਵਾਲੀ ਹੋਵੇ ਉਸੇ ਵੇਲੇ ਫੜੀ ਜਾਂਦੀ ਹੈ। ਇਸ ਕਰਕੇ ਰੈਗੂਲਰ ਚੈੱਕਅਪ ਹੋਣਾ ਬਹੁਤ ਜ਼ਰੂਰੀ ਹੈ। ਲੋਕੀ ਆਮ ਤੌਰ ਤੇ ਦੰਦ ਦਰਦ ਹੁੰਦਾ ਤੇ ਕੋਈ ਪੇਨ ਕਿਲਰ ਖਾ ਲੈਂਦਾ, ਜਾਂ ਕੋਈ ਇਸ ਤਰ੍ਹਾਂ ਦਾੜ ਮੇਰੀ ਦਰਦ ਹੋ ਰਹੀ ਹੈ, ਪੇਨ ਕਿਲਰ ਖਾ ਰਿਹਾ। ਅਸਲ ਤਰੀਕਾ ਕੀ ਹੈ ਕਿ ਕਿਸ ਤਰ੍ਹਾਂ ਚੈੱਕਅਪ ਕਰਾਉਣਾ ਚਾਹੀਦਾ? ਕਿ ਇਹ ਗਲਤ ਤਰੀਕਾ ਨਹੀਂ ਹੈ ਜੀ? ਬਿਲਕੁਲ, ਮੈਂ ਪਹਿਲਾਂ ਵੀ ਦੱਸਿਆ ਕਿ ਸਾਡੀ ਜਿਹੜੀ ਚੈੱਕਅਪ 6 ਮਹੀਨੇ ਬਾਅਦ ਹੋਣੀ ਚਾਹੀਦੀ ਹੈ। ਇੱਥੇ ਪੇਸ਼ੈਂਟ ਇੰਨਾ ਕਨਫਰਟ ਹੈ ਕਿ ਪਹਿਲਾਂ ਆਪ ਆਊਟਪੁੱਟ ਕਰੇਗਾ, ਫਿਰ ਕੈਮਿਸਟ ਕੋਲੋਂ ਕਰਾਏਗਾ, ਉਹ ਦਵਾਈਆਂ ਲੈ ਕੇ ਜੇ ਨਹੀਂ ਜਦੋਂ ਵਾਸਤੇ ਚੱਲਦਾ ਤਾਂ ਫਿਰ ਡਾਕਟਰ ਕੋਲ ਆਉਂਦਾ।
ਉਸ ਵੇਲੇ ਟ੍ਰੀਟਮੈਂਟ ਬਹੁਤ ਐਕਸਪੈਂਸਿਵ ਹੋ ਜਾਂਦੀ ਹੈ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਕੋਲ ਸਿੱਧਾ ਆਉਣ 'ਤੇ ਬਹੁਤ ਫਾਇਦਾ ਹੋ ਸਕਦਾ। ਕਿ ਇਸ ਕਰਕੇ ਨਹੀਂ ਮਰੀਜ਼ ਇੱਥੇ ਤੱਕ ਪਹੁੰਚ ਪਾਉਂਦਾ ਕਿ ਉਹਨੂੰ ਟ੍ਰੀਟਮੈਂਟ ਔਖੀ ਲੱਗਦੀ ਹੈ, ਮਹਿੰਗੀ ਲੱਗਦੀ ਹੈ, ਜਾਂ ਕੋਈ ਲਾਪਰਵਾਹੀ ਕਰਕੇ ਇੱਥੇ ਪਹੁੰਚ ਨਹੀਂ ਪਾਉਂਦਾ? ਨਹੀਂ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਅੱਜ ਕੱਲ੍ਹ ਦਾ ਹੈਗਾ ਮਾਹੌਲ, ਉਹਦੇ ਵਿੱਚ ਸਾਰਾ ਪਹਿਲਾਂ ਸਟਰਲਾਈਜੇਸ਼ਨ ਬਹੁਤ ਜ਼ਰੂਰੀ ਹੈ। ਜੇ ਸਟਰਲਾਈਜੇਸ਼ਨ ਨਹੀਂ ਹੋਏਗੀ ਤਾਂ ਫਿਰ ਅਸੀਂ ਉਹ ਟ੍ਰੀਟਮੈਂਟ ਹੀ ਨਹੀਂ ਦੇ ਸਕਦੇ। ਪੇਸ਼ੈਂਟ ਡਰਦਾ ਵੀ ਹੈ, ਉਹ ਚੇਅਰ 'ਤੇ ਬਹਿੰਦੇ ਪੇਸ਼ੈਂਟ ਡਰ ਜਾਂਦਾ ਕਿ ਕਿਹੜਾ ਡਾਕਟਰ ਨੇ ਇੰਸਟਰੂਮੈਂਟ ਚੁੱਕਣਾ, ਕਿਹੜਾ ਲਾਉਣਾ। ਵੱਡੇ ਵੱਡੇ ਜਿਹੜੇ ਈਵਨ ਕਈ ਵਾਰੀ 40 ਸਾਲ ਤੱਕ ਬੰਦਾ ਪਹੁੰਚ ਜਾਂਦਾ, ਕਦੀ ਡੈਂਟਲ ਸਰਜਨ ਕੋਲ ਨਹੀਂ ਗਏ ਹੁੰਦੇ। ਇਸ ਕਰਕੇ ਡੈਂਟਲ ਸਰਜਨ ਕੋਲ ਡਰਨਾ ਨਹੀਂ ਚਾਹੀਦਾ। ਆਪਣਾ ਰੈਗੂਲਰ ਚੈੱਕਅਪ ਕਰਾਓ, ਦੰਦਾਂ ਦੀ ਸਫਾਈ ਕਰਾਓ, ਜਿਹੜੇ ਦੰਦ ਲੱਗ ਗਏ ਨੇ ਉਹਨਾਂ ਨੂੰ ਭਰਾਓ, ਹੋਰ ਕਈ ਬਿਮਾਰੀਆਂ ਨੂੰ ਉਹਨਾਂ ਦਾ ਇਲਾਜ ਕਰਾਓ। ਕੋਰੋਨਾ ਦੇ ਕਾਰਨ ਕੋਈ ਜੀ ਇਹ ਟ੍ਰੀਟਮੈਂਟ ਪ੍ਰਭਾਵਿਤ ਹੋਈ ਹੈ ਕਿ ਡਾਕਟਰਸ ਸਾਵਧਾਨੀ ਵਰਤ ਰਹੇ ਨੇ, ਟ੍ਰੀਟਮੈਂਟ ਕਰ ਤੋਂ ਪਰਹੇਜ਼ ਕਰ ਰਹੇ ਨੇ, ਜਾਂ ਟ੍ਰੀਟਮੈਂਟ ਜਾਰੀ ਹੈ? ਬਿਲਕੁਲ ਠੀਕ ਹੈ। ਜਿਹੜਾ ਐਜੂਕੇਸ਼ਨ ਪੇਸ਼ੈਂਟ ਹੈ ਤੇ ਉਹ ਤੇ ਨਹੀਂ ਆਉਂਦਾ। ਤੇ ਅਜੇ ਵੀ ਅਸੀਂ ਤੱਕ ਇੰਨੇ ਡੈਂਟਲ ਸਰਜਰੀਜ਼ ਅਸੀਂ ਕੀਤੀਆਂ ਨਹੀਂ, ਨਾ ਹੀ ਕਰਨੇ ਪਿਆ, ਕਿਉਂਕਿ ਅਸੀਂ ਆਪ ਡਰਨੇ ਹਾਂ ਕਰੋਨਾ ਤੋਂ। ਪੇਸ਼ੈਂਟ ਤੇ ਚਲੋ ਡਰੇਗਾ, ਅਸੀਂ ਆਪ ਇਸ ਤਰ੍ਹਾਂ ਕਰਨੇ। ਇਸ ਕਰਕੇ ਅਸੀਂ ਰੈਗੂਲਰ ਪ੍ਰੈਕਟਿਸ ਨਹੀਂ ਹੋ ਰਹੀ ਡੈਂਟਲ ਸਰਜਰੀ। ਤੁਹਾਡਾ ਇੱਕ ਮਰੀਜ਼ ਨੂੰ, ਇੱਕ ਆਮ ਪਬਲਿਕ ਨੂੰ ਕੀ ਸੰਦੇਸ਼ ਹੈ ਡੈਂਟਲ ਦੀ ਕੇਅਰ ਨੂੰ ਲੈ ਕੇ, ਦੰਦਾਂ ਦੀ ਸਮੱਸਿਆ ਤੋਂ ਸਾਵਧਾਨੀ ਨੂੰ ਲੈ ਕੇ? ਕੀ ਤੁਹਾਡੇ ਇੰਸਟਰਕਸ਼ਨ ਜਾਂ ਸੰਦੇਸ਼ ਹੈਗੇ ਨੇ ਜੀ? ਮੈਂ ਤਾਂ ਸ਼ੁਰੂ 'ਚ ਵੀ ਕਿਹਾ ਜੀ, ਦੰਦ ਸਾਫ਼ ਹੋਣਗੇ ਤਾਂ ਬਿਮਾਰੀਆਂ ਘੱਟ ਹੋਣਗੀਆਂ। ਇਸ ਕਰਕੇ ਦਿਨ ਦੇ ਵਿੱਚ 2 ਵਾਰੀ ਜ਼ਰੂਰ ਬਰਸ਼ ਕਰਨਾ ਚਾਹੀਦਾ ਹੈ। ਬੱਚਿਆਂ ਦਾ ਸਪੈਸ਼ਲੀ ਧਿਆਨ ਰੱਖੋ। ਜਿਹੜੇ ਦੁੱਧ ਪੀਣ ਵਾਲੇ ਬੱਚੇ ਨੇ, ਘੱਟੋ ਘੱਟ ਉਹਨਾਂ ਨੂੰ ਕੁਰਲੀ ਕਰਾ ਦਿਓ, ਨਹੀਂ ਤਾਂ ਆਪ ਬਰਸ਼ ਲੈ ਕੇ ਉਹ ਥੋੜੀ ਜਿਹੀ ਪੇਸਟ ਉੱਤੇ ਲਾ ਕੇ ਤੇ ਉਹਨੂੰ ਸਾਫ਼ ਕਰਾਉਣਾ ਚਾਹੀਦਾ। ਬੱਚਿਆਂ ਨੂੰ ਟੋਫੀ ਘਟਾ ਕੇ ਕਿਹੜੀ ਐਸੀ ਖੁਰਾਕ ਹੈ ਜਾਂ ਹਲਕੀ ਫੁਲਕੀ ਚੀਜ਼ ਹੈ ਜਿਹੜੀ ਖੁਰਾਕ ਵਿੱਚ ਸ਼ਾਮਲ ਕਰਨੀ ਚਾਹੀਦੀ ਹੈ ਹਰ ਇੱਕ ਇਨਸਾਨ ਨੂੰ, ਖਾਸ ਤੌਰ ਤੇ ਬੱਚਿਆਂ ਨੂੰ, ਤਾਂ ਕਿ ਦੰਦ ਦੀ ਸਮੱਸਿਆ ਆਵੇ ਹੀ ਨਾ? ਦੇਖੋ, ਜਿਸ ਤੋਂ ਵੱਧ ਜੋ ਗ੍ਰੀਨ ਸੈਲਡ ਤੇ ਜਾਂ ਜਿਹੜੀਆਂ ਫਰੂਟਸ ਨੇ ਉਹ ਬੱਚਿਆਂ ਨੂੰ ਦੇਣਾ ਚਾਹੀਦਾ। ਜਿੰਨੇ ਵੀ ਨੈਚੁਰਲ ਚੀਜ਼ਾਂ ਨੇ ਉਹ ਹੈਲਪ ਕਰਦੀਆਂ ਨੇ ਕਿ ਦੰਦਾਂ ਨੂੰ ਨਾ ਬਿਮਾਰੀਆਂ ਹੋਣ। ਤੇ ਵੱਡਿਆਂ ਦੇ ਇਹੋ ਸਲਾਹ ਹੈ ਕਿ ਆਪਣੇ ਆਪ ਨੂੰ ਠੀਕ ਰੱਖਣ ਵਾਸਤੇ ਉਹ ਖਾਣਾ ਖਾਓ ਕਿ ਜਿਹਦੇ ਨਾਲ ਦੰਦ ਸਾਫ਼ ਰਹਿਣ। ਜੀ, ਆਪ ਨਾਲ ਅਸੀਂ ਇੱਕ ਅੰਤਿਮ ਸਵਾਲ ਪੁੱਛਾਂਗੇ ਕਿ ਡਾਕਟਰ ਸਾਹਿਬ ਸਮਾਜਿਕ ਸੰਸਥਾਵਾਂ ਦੇ ਨਾਲ ਜੁੜੇ ਹੋਏ ਨੇ। ਅਸੀਂ ਜਾਣਨਾ ਚਾਹਾਂਗੇ ਕਿ ਸਮਾਜਿਕ ਸੰਸਥਾਵਾਂ ਦੇ ਮਾਧਿਅਮ ਨਾਲ ਡਾਕਟਰ ਸਾਹਿਬ ਕਿੱਦਾਂ ਫ੍ਰੀ ਟ੍ਰੀਟਮੈਂਟ ਦੇ ਰਹੇ ਨੇ, ਕੀ ਸੇਵਾਵਾਂ ਨਿਭਾ ਰਹੇ ਨੇ? ਆਓ ਜਾਣਦੇ ਹਾਂ ਡਾਕਟਰ ਸਾਹਿਬ ਕੋਲ। ਮੈਂ ਰੋਟਰੀ ਕਲੱਬ ਅੰਮ੍ਰਿਤਸਰ ਨਾਰਥ ਦਾ ਘੱਟੋ ਘੱਟ ਮੈਨੂੰ 25 ਸਾਲ ਹੋ ਗਏ, ਮੈਂ ਉਹਨਾਂ ਦਾ ਮੈਂਬਰ ਹਾਂ। ਬਹੁਤ ਮਿਹਨਤ ਕਰਕੇ ਮੈਂ ਡਾਕਟਰ ਕੁਲਦੀਪ ਸਿੰਘ ਅਰੋੜਾ ਦੇ ਰੋਟਰੀ ਦੀ ਗ੍ਰਾਂਟ ਦੇ ਨਾਲ 30 ਲੱਖ ਤੋਂ ਉੱਤੇ ਦਾ ਪ੍ਰੋਜੈਕਟ ਡਾਕਟਰ ਕੁਲਦੀਪ KD ਰੋਟਰੀ ਕਮਿਊਨਿਟੀ ਡਾਇਲਿਸਿਸ ਸੈਂਟਰ ਉੱਤੇ KD ਹਸਪਤਾਲ 'ਚ ਖੋਲ੍ਹਿਆ, ਜਿਹਦੇ ਵਿੱਚ ਅਸੀਂ ਘੱਟ ਤੋਂ ਘੱਟ ਪੈਸੇ ਨਾਲ ਡਾਇਲਿਸਿਸ ਪੇਸ਼ੈਂਟ ਦਾ ਕਰਨੇ ਆ। ਅਸੀਂ ਸਿਰਫ ਪਿਛਲੇ 18 ਅਗਸਤ 2019 'ਚ ਇਹਨੂੰ ਇਨੋਗਰੇਟ ਕੀਤਾ ਸੀ। ਅੱਜ ਤੱਕ ਔਨ ਗਰਾਊਂਡ 530 ਕੇਸ ਕਰ ਚੁੱਕੇ ਹਾਂ। ਕੇਵਲ ਸਾਨੂੰ ਜੇ ਲੋੜ ਵੀ ਪੈਂਦੀ ਹੈ ਤੇ ਫ੍ਰੀ ਕਰਨ ਦੀ ਲੋੜ ਪਵੇ ਤੇ ਅਸੀਂ ਉਹ ਕਰਨੇ ਆ, ਕਿਉਂਕਿ ਇਹ ਦੇਣ ਹੈ ਕਿ ਰੋਟਰੀ ਦੇ ਨਾਲ ਹੁੰਦਿਆਂ ਜਿਹੜੀ ਅਸੀਂ ਗ੍ਰਾਂਟ ਲਈ ਹੈ ਰੋਟਰੀ ਫਾਊਂਡੇਸ਼ਨ ਤੇ ਬਾਕੀ ਰੋਟਰੀ ਦੇ ਜਿਹੜੇ ਸਾਡੇ ਮੈਂਬਰ ਨੇ ਉਹਨਾਂ ਨਾਲ ਇਕੱਠਾ ਕਰਕੇ ਇਸ ਨੂੰ 30 ਲੱਖ ਦਾ ਪ੍ਰੋਜੈਕਟ 30 ਲੱਖ ਤੋਂ ਉੱਤੇ ਦਾ ਪ੍ਰੋਜੈਕਟ ਕਰਕੇ, ਜੋ ਕਿ ਅੰਮ੍ਰਿਤਸਰ ਜਾਂ ਕਿਤੇ ਹੋਰ ਪੰਜਾਬ ਦੇ ਵਿੱਚ ਕੋਈ ਇੰਨਾ ਸਸਤਾ ਨਹੀਂ ਹੋ ਰਿਹਾ ਜਿੰਨਾ ਕਿ ਅਸੀਂ ਕਰ ਰਹੇ ਹਾਂ, ਜਿਹਦੇ ਮਿਨੀਮਮ ਸਬਸਿਡਾਈਜ਼ ਰੇਟ ਰੱਖੇ 1100 ਰੁਪਏ ਸਿਰਫ ਡਾਇਲਿਸਿਸ। ਡਾਕਟਰ ਸਾਹਿਬ, ਬਾਹਰ ਕਿੰਨਾ ਇਸ ਟ੍ਰੀਟਮੈਂਟ ਦਾ ਲੱਗਦਾ ਹੈ? ਕਿੰਨਾ ਫਰਕ? ਬਾਹਰ ਜਿਹੜੀਆਂ ਤੁਸੀਂ ਹੋਰ ਲੈ ਲਓ, ਜਿਸ ਤਰ੍ਹਾਂ ਅਮਨਦੀਪ ਮੈਡੀਸਿਟੀ ਹੈ ਜਾਂ ਡਾਕਟਰ ਮੋਖਾ ਦਾ ਕਲੀਨਿਕ ਹੈ ਜਾਂ ਡਾਕਟਰ ਗਰੇਵਾਲ ਦਾ ਹੈਗਾ, ਉੱਥੇ ਇਹਨਾਂ ਦਾ 2800 ਤੋਂ ਲੈ ਕੇ 3000 ਰੁਪਏ ਤੱਕ ਹੁੰਦਾ। ਅਸੀਂ 1100 ਦੇ ਵਿੱਚ ਸਬਸਿਡਾਈਜ਼ ਕਰਕੇ ਅਸੀਂ ਕਰਦੇ ਹਾਂ। ਜਿਸ ਤਰ੍ਹਾਂ ਸਾਨੂੰ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਦੰਦਾਂ ਦੀ ਕੇਅਰ ਬਹੁਤ ਜ਼ਰੂਰੀ ਹੈ, ਸਾਵਧਾਨੀ ਬਹੁਤ ਜ਼ਰੂਰੀ ਹੈ, ਰੋਜ਼ ਬਰਸ਼ ਕਰਨਾ ਚਾਹੀਦਾ ਹੈ, ਟ੍ਰੀਟਮੈਂਟ ਤੋਂ ਘਬਰਾਉਣਾ ਨਹੀਂ ਚਾਹੀਦਾ ਹੈ। ਕੋਈ ਵੀ ਸਮੱਸਿਆ ਆਵੇ, ਦਰਦ ਆਵੇ, ਇਹਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਹੈ। ਤੁਰੰਤ ਡੈਂਟਲ ਸਰਜਨ ਜਾਂ ਡੈਂਟਲ ਸਪੈਸ਼ਲਿਸਟ ਦੀ ਸਲਾਹ ਲੈਣੀ ਚਾਹੀਦੀ ਹੈ ਤਾਂ ਕਿ ਸਵਸਥ ਦੰਦ ਹੋਣ ਨਾਲ ਹੀ ਸਵਸਥ ਸਰੀਰ ਰਹਿੰਦਾ ਹੈ। ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਦੰਦ ਜਿਹੜੇ ਹੈ ਫਸਟ ਪ੍ਰੋਸੀਜਰ ਹੈ, ਦਿਲ ਹੈ ਇੱਕ ਇਨਸਾਨ ਦਾ, ਤਾਂ ਉਸ ਦੇ ਨਾਲ ਹੀ ਸਾਰੇ ਲੀਵਰ, ਕਿਡਨੀ, ਸਾਰੀ ਜਿਹੜਾ ਸਿਸਟਮ ਹੈ ਉਹ ਠੀਕ ਕੰਮ ਕਰਦਾ ਹੈ। ਕੈਮਰਾਮੈਨ ਸੰਨੀ ਮਹਿਰਾ ਦੇ ਨਾਲ ਗੁਰਮੀਤ ਲੂਥਰਾ, ਪਬਲਿਕ ਦਿਲਾਸਾ ਲਈ।